ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਇੰਦਰਜੀਤ। ਸਾਡੇ ਅੱਜ ਦੇ ਪ੍ਰੋਗਰਾਮ ਖਰੀਆਂ ਖਰੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਨੇ D4U ਨਿਊਜ਼ ਦੇ ਸੰਪਾਦਕ ਦੀਪਕ ਭੰਡਾਰੀ ਜੀ। ਭੰਡਾਰੀ ਸਾਹਿਬ ਨਮਸਕਾਰ ਜੀ। ਨਮਸਕਾਰ ਜੀ। ਭੰਡਾਰੀ ਸਾਹਿਬ, ਸਿਆਸਤ ਦੇ ਬਾਬਾ ਬੋੜ ਕਹੇ ਜਾਣ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹ ਇਸ ਦੁਨੀਆ ਤੋਂ ਸਦੀਵੀ ਵਿਛੋੜਾ ਦੇ ਗਏ ਨੇ। ਹਾਂ ਦੇਖੋ, ਸਾਡੀ ਸ਼ਰਧਾਂਜਲੀ ਹੈ ਬਾਦਲ ਸਾਹਿਬ ਨੂੰ। ਕੁਝ ਦਿਨ ਉਹ ਬਿਮਾਰ ਚੱਲ ਰਹੇ ਸੀਗੇ ਪਹਿਲੇ, ਤੇ ਉਹਨਾਂ ਦਾ ਕੱਲ੍ਹ ਸ਼ਾਮ ਨੂੰ ਦੇਹਾਂਤ ਹੋ ਗਿਆ ਹੈ। ਪਰਿਵਾਰ ਦੇ ਨਾਲ ਸਾਡੀਆਂ ਸੰਵੇਦਨਾਵਾਂ ਹੈ ਤੇ ਪਰਮਾਤਮਾ ਉਹਨਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ੇ। ਤੇ ਪ੍ਰਕਾਸ਼ ਸਿੰਘ ਬਾਦਲ ਵਰਗੀ ਜਿਹੜੀ ਸ਼ਖਸੀਅਤ ਹੈ ਨਾ ਪ੍ਰਿੰਸ, ਪਹਿਲੀ ਗੱਲ ਤੇ ਉਹ ਵਾਰ-ਵਾਰ ਜਨਮ ਨਹੀਂ ਲੈਂਦੀ ਇਸ ਧਰਤੀ ਤੇ ਜੀ। ਲੰਬਾ ਸਮਾਂ ਰਿਹਾ ਉਹਨਾਂ ਦਾ। ਪਹਿਲੀ ਵਾਰੀ ਦੇਖੋ 1970 ਦੇ ਵਿੱਚ ਬਣੇ ਸੀਗੇ ਪ੍ਰਦੇਸ਼ ਸੂਬੇ ਦੇ ਮੁੱਖ ਮੰਤਰੀ। 5 ਵਾਰ ਮੁੱਖ ਮੰਤਰੀ ਰਹੇ ਨੇ, 10 ਵਾਰ ਦੇ ਉਹ MLA ਰਹੇ ਨੇ, ਕਦੀ ਹਾਰੇ ਨਹੀਂ। ਪਹਿਲੇ ਗਿੱਦੜਬਾਹਾ ਤੋਂ ਲਗਾਤਾਰ ਲੜਦੇ ਰਹੇ ਇਲੈਕਸ਼ਨ, 5 ਵਾਰੀ ਉੱਥੋਂ ਜਿੱਤੇ। ਫਿਰ ਗਿੱਦੜਬਾਹਾ ਛੱਡ ਕੇ ਉਹ ਲੰਬੀ ਤੋਂ ਇਲੈਕਸ਼ਨ ਲੜਨ ਆ ਗਏ, ਲਗਾਤਾਰ ਜਿੱਤਦੇ ਰਹੇ। ਪਹਿਲੀ ਵਾਰੀ ਇਸ ਵਾਰੀ ਹੋਇਆ ਸੀ ਕਿ 2022 ਦੇ ਵਿੱਚ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਕਿਉਂਕਿ ਰਵਾਇਤੀ ਪਾਰਟੀਆਂ ਦੇ ਖਿਲਾਫ ਇੱਕ ਮੁਹਿੰਮ ਚੱਲ ਗਈ ਸੀਗੀ ਪੂਰੀ। ਹਾਲਾਂਕਿ ਬਾਅਦ ਚੋਂ ਸੁਖਬੀਰ ਬਾਦਲ ਉਹਨਾਂ ਨੇ ਕਿਹਾ ਸੀਗਾ ਵੀ ਉਹ ਤਾਂ ਨਹੀਂ ਸੀ ਮੰਨਦੇ, ਪਰ ਮੈਂ ਹੀ ਉਹਨਾਂ ਨੂੰ ਮਜਬੂਰ ਕੀਤਾ ਸੀ ਇਲੈਕਸ਼ਨ ਲੜਨ ਤੇ ਬਹੁਤ ਸਾਰੀਆਂ ਗੱਲਾਂ ਵੀ ਹੋਈਆਂ ਸੀ ਵੀ ਇਹਨਾਂ ਨੂੰ ਨਹੀਂ ਲੜਨਾ ਚਾਹੀਦਾ ਸੀ, ਕਿਉਂ ਲੜਾਇਆ ਗਿਆ। ਚਲੋ ਅਸੀਂ ਉਹਦੇ 'ਤੇ ਨਹੀਂ ਜਾਣਾ, ਪਰ ਅੱਜ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਨੇ। ਉਹਨਾਂ ਦਾ ਜਿਹੜਾ ਪਾਰਥਿਵ ਸਰੀਰ ਹੈ, ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਦਫ਼ਤਰ ਹੈ 28 ਸੈਕਟਰ ਦੇ ਵਿੱਚ, ਉੱਥੇ ਰੱਖਿਆ ਗਿਆ ਅੰਤਿਮ ਦਰਸ਼ਨਾਂ ਲਈ। ਕੱਲ੍ਹ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਬਾਦਲ 'ਚ ਕੀਤਾ ਜਾਏਗਾ ਤੇ ਕਿਹਾ ਜਾ ਰਿਹਾ ਵੀ ਉੱਥੇ 2 ਏਕੜ ਦਾ ਜਿਹੜਾ ਖੇਤ ਹੈ ਉੱਥੇ ਉਹਨਾਂ ਦਾ ਸੰਸਕਾਰ ਹੋਏਗਾ। ਕਈ ਵਾਰ ਇਹਨਾਂ ਨੇ ਜੇਲ੍ਹ ਕੱਟੀ ਹੈ ਦੇਖੋ, ਤੇ ਇੱਕ ਵਾਰੀ ਇਹ ਹਾਰੇ ਵੀ ਸੀਗੇ 1967 ਦੇ ਵਿੱਚ ਹਰਚਰਨ ਸਿੰਘ ਬਰਾੜ ਕੋਲੋਂ 57 ਵੋਟਾਂ ਤੋਂ ਹਾਰੇ ਸੀ। ਮੈਂ ਇਹਨਾਂ ਦਾ ਇੱਕ ਪ੍ਰੋਗਰਾਮ ਸੁਣ ਰਿਹਾ ਸੀ, ਉਹਦੇ ਵਿੱਚ ਇਹ ਆਪ ਦੱਸ ਰਹੇ ਵੀ ਉਦੋਂ ਵੋਟਾਂ ਜਿਹੜੀਆਂ ਹੱਥ ਨਾਲ ਗਿਣੀਆਂ ਜਾਂਦੀਆਂ ਸੀ ਤੇ ਮਾੜੀ ਮੋਟੀ ਜਿਹੜਾ ਰਿਟਰਨਿੰਗ ਆਫਿਸਰ ਕੋ ਕਹਿੰਦੇ ਬੜੀ ਪਾਵਰ ਹੁੰਦੀ ਸੀ। ਮੈਨੂੰ ਕਹਿੰਦੇ ਵੋਟਾਂ 57 ਵੋਟਾਂ ਨਾਲ ਹਰਾਤਾ ਗਿਆ ਤੇ ਲੋਕ ਮੇਰੇ ਬੜੇ ਜਿਹੜੇ ਸੀਗੇ, ਜਿਹੜੇ ਮੇਰੇ ਸਮਰਥਕ ਸੀ, ਉਹ ਬੜੇ ਖਿਲਾਫ ਹੋ ਗਏ ਇੱਥੇ ਰਿਟਰਨਿੰਗ ਅਫਸਰ ਦੇ ਖਿਲਾਫ। ਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਜੋ ਹੋ ਗਿਆ ਠੀਕ ਹੈ ਜੀ, ਆਪਾਂ ਵਾਪਸ ਚੱਲੀਏ। ਤੇ ਹਰਚਰਨ ਸਿੰਘ ਬਰਾੜ ਉਦੋਂ ਜਿੱਤ ਗਏ ਸੀਗੇ। ਕਹਿੰਦੇ ਬਾਅਦ ਚੋਂ ਜਿਹੜੇ ਅਧਿਕਾਰੀ ਨੇ ਉਹਨੂੰ ਜੇਤੂ ਕਰਾਇਆ ਸੀ, ਤੇ ਜਦੋਂ ਮੈਂ ਮੁੱਖ ਮੰਤਰੀ ਬਣ ਗਿਆ ਤੇ ਜਦੋਂ ਮੈਂ ਮੀਟਿੰਗ ਲਈ ਤੇ ਉਹ ਅਧਿਕਾਰੀ ਵੀ ਉੱਥੇ ਆਇਆ ਸੀ ਜੀ। ਤੇ ਉਹ ਅਧਿਕਾਰੀ ਮੇਰੇ ਕੋਲ ਡਰਦਾ ਫਿਰੇ, ਕਹਿੰਦੇ ਮੈਨੂੰ ਪਤਾ। ਤੇ ਕਹਿੰਦੇ ਮੈਂ ਉਹਨੂੰ ਫਿਰ ਅਖੀਰ 'ਚ ਬੁਲਾਇਆ ਆਪਣੇ ਕੋਲ, ਗੱਲ ਸੁਣ। ਤੇ ਉਹ ਕਹਿੰਦਾ ਜੀ ਮੈਨੂੰ ਮਾਫੀ ਦੇ ਦਿਓ। ਕਹਿੰਦੇ ਮੈਂ ਉਹਨੂੰ ਇੱਕੋ ਗੱਲ ਪੁੱਛੀ ਵੀ ਤੇਰਾ ਕੋਈ ਉਹਦੇ 'ਚ ਫਾਇਦਾ ਹੋਇਆ ਵੀ ਜੇ ਤੂੰ ਜੇ ਗਲਤ ਕੀਤਾ ਸੀ ਤੇ ਕਹਿੰਦਾ ਜੀ ਨਹੀਂ, ਮੇਰਾ ਕੋਈ ਫਾਇਦਾ ਨਹੀਂ ਹੋਇਆ। ਤੇ ਕਹਿੰਦਾ ਹੁਣ ਮੈਂ ਪੁੱਛਿਆ ਵੀ ਹਾਂ ਤੂੰ ਕੀ ਚਾਹੁੰਦਾ? ਕਹਿੰਦਾ ਵੀ ਮੈਂ ਬਸ ਤੁਹਾਡੇ ਕੋਲ ਮਾਫੀ ਚਾਹੁੰਦਾ। ਕਹਿੰਦੇ ਵੀ ਮੈਂ ਕਿਹਾ ਜੇ ਤੂੰ ਇਹੋ ਡਰਦਾ ਰਹੇਗਾ ਨਾ ਵੀ ਮੈਂ ਕਿਸੇ ਨਾਲ ਚੀਫ ਮਿਨਿਸਟਰ ਨਾਲ ਗਲਤ ਕੀਤਾ ਸੀ ਤੇ ਤੂੰ ਆਪਣੀ ਕੁਰਸੀ ਨਾਲ ਵੀ ਇਨਸਾਫ ਨਹੀਂ ਕਰ ਪਾਣਾ। ਤੇ ਕਹਿੰਦੇ ਵੀ ਜੇ ਤੈਨੂੰ ਉਦੋਂ ਫਾਇਦਾ ਨਹੀਂ ਨਾ ਹੋਇਆ ਤੇ ਨੁਕਸਾਨ ਮੈਨੂੰ ਤੇਰਾ ਕਰਕੇ, ਫਾਇਦਾ ਮੈਨੂੰ ਵੀ ਕੋਈ ਨਹੀਂ ਹੋਣਾ ਜੀ। ਇਸ ਕਰਕੇ ਜਾ, ਤੈਨੂੰ ਮਾਫ ਕੀਤਾ, ਜਿੱਥੇ ਤੇਰੀ ਪੋਸਟਿੰਗ ਤੂੰ ਚਾਹੁੰਦਾ ਮੈਂ ਕਰ ਦਿੱਤੀ। ਮਤਲਬ ਇਹੋ ਜਿਹੀ ਸ਼ਖਸੀਅਤ ਸੀ ਪ੍ਰਕਾਸ਼ ਸਿੰਘ ਬਾਦਲ ਦੀ। ਫਿਰ ਇੱਕ ਵਾਰੀ ਮੈਨੂੰ ਬਹੁਤ ਸਾਰੀ ਵਾਰੀ ਉਹਨਾਂ ਦੇ ਪ੍ਰੋਗਰਾਮ ਤੇ ਜਾਣ ਦਾ ਮੌਕਾ ਮਿਲਿਆ ਹੈ। ਮੇਰੇ ਨਾਲ ਉਹਨਾਂ ਦੀ ਕਈ ਵਾਰੀ ਗੱਲਬਾਤ ਵੀ ਹੋਈ ਹੈ। ਮਤਲਬ ਇੰਨੀ ਹਲੀਮੀ ਨਾਲ ਗੱਲ ਸੁਣਦੇ ਸੀ ਨਾ ਅਗਲੇ ਬੰਦੇ ਦੀ, ਤੇ ਉਹਨੂੰ ਆਪਣਾ ਹੀ ਬਣਾ ਲੈਂਦੇ ਸੀ। ਸਾਡੇ ਇੱਕ ਅੰਮ੍ਰਿਤਸਰ ਦੀ ਬੜੀ ਵੱਡੀ ਸਮੱਸਿਆ ਸੀ, ਹਾਲਾਂਕਿ ਉਹਨਾਂ ਦੇ ਕਹਿਣ ਤੇ ਗੋਬਿੰਦਗੜ੍ਹ ਫੋਰਟ ਦੇ ਨਾਲ ਜਿਹੜੀ ਸੜਕ ਜਾਂਦੀ ਹੈ ਨਾ, ਉਹਨਾਂ ਦੇ ਕਹਿਣ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ। DC ਰਵੀ ਭਗਤ ਹੁੰਦੇ ਸੀ, ਬਾਅਦ 'ਚ DC ਰਜਤ ਅਗਰਵਾਲ ਵੀ ਰਹੇ ਹੈ ਇੱਥੇ ਜੀ। ਉਹਨਾਂ ਨੇ ਇੱਕ ਪੂਰਾ ਪਲਾਨ ਤਿਆਰ ਕੀਤਾ ਸੀਗਾ, ਤੇ ਕਹਿੰਦੇ ਵੀ ਕੁਦਰਤ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ ਉਹ ਸੜਕ ਖੁੱਲ੍ਹੇ। 2017 ਦੇ ਵਿੱਚ ਉਹ ਸਰਕਾਰ ਚਲੀ ਗਈ ਤੇ ਸਰਕਾਰ ਆ ਗਈ ਕੈਪਟਨ ਅਮਰਿੰਦਰ ਸਿੰਘ ਦੀ। ਉਹ 10 ਕਰੋੜ ਦਾ ਐਸਟੀਮੇਟ ਸੀਗਾ, ਪਾਸ ਕਰਵਾ ਦਿੱਤਾ ਗਿਆ, ਸਾਰਾ ਕੁਝ ਹੋ ਗਿਆ, ਪਰ ਉਹ ਫਿਰ ਕਹਿੰਦੇ ਨੇ ਵੀ ਠੰਡੇ ਬਸਤੇ 'ਚ ਹੀ ਸਾਰੇ ਕਾਗਜ਼ ਚਲੇ ਗਏ। ਹੁਣ ਬਾਦਲ ਸਾਹਿਬ ਦਾ ਇੱਕ ਵਾਰੀ ਭਾਸ਼ਣ ਸੁਣਿਆ ਸੀ ਇੱਥੇ ਮੈਂ ਭਗਤਾਂ ਵਾਲੇ ਮੰਡੀ ਦੇ ਵਿੱਚ। ਉਦੋਂ ਇਹ ਕਹਿੰਦੇ ਸੀ ਵੀ ਮੈਂ ਤਹਿਸੀਲਦਾਰ ਭਰਤੀ ਹੋਣ ਵਾਸਤੇ ਕਿਸੇ ਨੂੰ ਸੰਪਰਕ ਕੀਤਾ, ਕਿਸੇ ਅਕਾਲੀ ਲੀਡਰ ਨੂੰ, ਤੇ ਉਹਨੇ ਕਹਿੰਦੇ ਮੈਨੂੰ ਕਿਹਾ ਵੀ ਤੂੰ ਤਹਿਸੀਲਦਾਰ ਨਹੀਂ ਬਣਨਾ, ਤੂੰ ਤੇ ਤਹਿਸੀਲਦਾਰ ਬਣਾਉਣੇ ਹੈ, ਨੌਕਰੀਆਂ ਦੇਣੀਆਂ ਹੈ ਜੀ। ਕਹਿੰਦੇ ਫਿਰ ਉਹਨਾਂ ਦੀ ਮੈਂ ਗੱਲ ਪੱਲੇ ਬੰਨੀ ਤੇ ਮੈਂ ਫਿਰ ਸਿਆਸਤ 'ਚ ਆ ਗਿਆ। ਬਾਦਲ ਸਾਹਿਬ ਦੇਖੋ, ਕੌਣ ਨਹੀਂ ਜਾਣਦਾ ਕਿ ਬਾਦਲ ਸਾਹਿਬ ਦਾ ਇੱਕ ਵਾਰ ਜਿਹੜਾ ਇੱਕ ਅਲੱਗ ਰੁਤਬਾ ਰਿਹਾ ਹੈ 1992 ਦੇ ਵਿੱਚ। ਹਾਲਾਂਕਿ ਉਹਨਾਂ ਨੇ ਜਦੋਂ ਗਵਰਨਰ ਰਾਜ ਮੁੱਕਿਆ, ਜਦੋਂ ਇਲੈਕਸ਼ਨ ਹੋਏ ਪੰਜਾਬ ਦੇ ਵਿੱਚ, ਤੇ ਬਾਈਕਾਟ ਵੀ ਕੀਤਾ ਸੀ ਅਕਾਲੀ ਦਲ ਨੇ। ਤੇ ਉਦੋਂ ਕਿਹਾ ਜਾਂਦਾ ਸੀ ਹੁਣ ਅਕਾਲੀ ਦਲ ਨਹੀਂ ਉੱਠਦਾ, ਪਰ ਉਸ ਤੋਂ ਬਾਅਦ ਜਦੋਂ 1997 'ਚ ਇਲੈਕਸ਼ਨ ਹੋਏ, ਸਰਕਾਰ ਬਣਾਈ, BJP ਨਾਲ ਗੱਠਜੋੜ ਕੀਤਾ ਜੀ। ਫਿਰ ਸਰਕਾਰ ਦੂਜੀ ਵਾਰੀ ਬਣਾਈ ਇਹਨਾਂ ਨੇ, ਫਿਰ 2007 ਦੇ ਵਿੱਚ, ਫਿਰ 12 'ਚ ਬਣਾਈ, 17 ਤੱਕ, ਮਤਲਬ 10 ਸਾਲ ਲਗਾਤਾਰ ਮੁੱਖ ਮੰਤਰੀ ਰਹੇ। ਇੱਕ ਵਾਰੀ BJP ਨਾਲ ਬੜੀ ਵਾਰੀ ਗੱਲ ਚੱਲੀ ਵੀ ਗਠਬੰਧਨ ਟੁੱਟ ਜਾਏ। ਇੱਕ ਵਾਰੀ ਅਨਿਲ ਜੋਸ਼ੀ ਦੇ ਉੱਪਰ ਇੱਥੇ ਗੋਲੀਆਂ ਵੀ ਚੱਲੀਆਂ ਸੀ, ਉਹਦੀ ਗੱਡੀ ਸਾੜਤੀ ਗਈ ਸੀ। ਉਦੋਂ BJP ਵਾਲੇ ਬੜੇ ਵਿਰੋਧੀ ਹੋ ਗਏ ਸੀ ਤੇ ਇਸਤੀਫਾ ਦੇਣ ਚਲੇ ਗਏ ਸੀ।
ਤੇ ਜਦੋਂ ਅਸਤੀਫਾ ਦੇਣ ਚਲੇ ਸਾਰੇ ਜਾਣੇ ਤੇ ਬਾਦਲ ਸਾਹਿਬ ਨੇ ਕਿਹਾ ਵੀ ਮੇਰਾ ਅਸਤੀਫਾ ਵੀ ਲੈ ਜਾਓ ਤੇ ਜਾ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਦੇ ਦੇਣਾ ਜੀ। ਫਿਰ ਉਹ ਸਰਕਾਰ ਬਚ ਗਈ ਸੀ। ਮਤਲਬ ਬਾਦਲ ਸਾਹਿਬ ਵਰਗੀ ਸ਼ਖਸੀਅਤ ਕਦੀ ਜੰਮਣੀ ਨਹੀਂ। ਦੇਖੋ ਨਾ, ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ ਨੇ, ਜੇ ਕਿ ਉਹ ਬਹੁਤ ਥੋੜੀ ਸਰਕਾਰ ਚੱਲੀ ਸੀ, ਕੁਛ ਚਿਹਰੀ ਸਰਕਾਰ ਚੱਲੀ ਸੀ ਉਹ, ਤੇ ਸਭ ਤੋਂ ਪਹਿਲੇ ਇਹ ਲੀਡਰ, ਕਿਉਂਕਿ ਇੱਕ ਖਾਸ ਧਰਮ ਦੇ ਨਾਲ ਜੁੜੀ ਦੇਖੀ ਜਾਂਦੀ ਸੀ ਬੀਜੇਪੀ ਪਾਰਟੀ ਜੀ। ਪਰ ਬਾਦਲ ਸਾਹਿਬ ਨੇ, ਦੇਖੋ ਨਾ, ਬਾਦਲ ਸਾਹਿਬ ਨੇ ਉਹ ਜਿਹੜਾ ਉਹਨਾਂ ਨੂੰ ਸਮਰਥਨ ਦਿੱਤਾ ਸੀ ਪਹਿਲੀ ਵਾਰ। ਫਿਰ ਸੈਂਟਰ ਦੇ ਵਿੱਚ ਐਗਰੀਕਲਚਰ ਮਿਨਿਸਟਰ ਵੀ ਰਹੇ ਨੇ, ਮੁੱਖ ਮੰਤਰੀ ਰਹਿੰਦੇ ਹੋਏ ਸੰਗਤ ਦਰਸ਼ਨ ਸ਼ੁਰੂ ਕੀਤੇ ਇਹਨਾਂ ਨੇ। ਸੰਗਤ ਦਰਸ਼ਨ ਪ੍ਰੋਗਰਾਮ ਸ਼ੁਰੂ ਕੀਤੇ, ਇੱਥੇ ਲੋਕਾਂ ਦੀ ਗੱਲ ਸੁਣਦੇ ਸੀ। ਹਾਲਾਂਕਿ ਬੜੀਆਂ ਉਦੋਂ ਆਰੋਪ ਵੀ ਲਾਉਂਦੇ ਸੀ ਰਾਜਨੀਤਿਕ ਪਾਰਟੀਆਂ ਜੀ, ਉੱਥੇ ਪੰਚਾਇਤਾਂ ਨੂੰ ਗ੍ਰਾਂਟਾਂ ਵੰਡਦੇ ਆ, ਸਿਸਟਮ ਠੀਕ ਨਹੀਂ ਆ, ਇਹ ਸਾਰਾ ਰਾਜਨੀਤੀ ਨਾਲ ਪ੍ਰੇਰਿਤ ਹੈ। ਪਰ ਲੋਕਾਂ ਨੂੰ ਇਹ ਲੱਗਦਾ ਸੀ ਵੀ ਇਹ ਸਾਡਾ ਮੁੱਖ ਮੰਤਰੀ ਹੈ, ਅਸੀਂ ਇਹਨਾਂ ਨਾਲ ਗੱਲ। ਹੁਣ ਤੇ ਮੁੱਖ ਮੰਤਰੀ ਜਿਹੜੇ ਪਹਿਲੇ ਰਹੇ ਆ ਉਹ ਤੇ ਕਦੀ ਦਿਖੇ ਹੀ ਨਹੀਂ ਸੀ, ਸੰਗਤ ਦਰਸ਼ਨ ਕਰਨਾ ਤਾਂ ਦੂਰ ਦੀ ਗੱਲ ਆ। ਹੁਣ ਵੀ ਮਾਨ ਸਾਹਿਬ ਲੋਕਾਂ ਚਾਹੁੰਦੇ, ਕਦੀ ਕਦੀ ਪ੍ਰੈਸ ਕਾਨਫਰੰਸ ਕਰਦੇ ਆ, ਨਹੀਂ ਤੇ ਆਮ ਤੌਰ ਤੇ ਸਟੇਜ ਤੋਂ ਹੀ ਭਾਸ਼ਣ ਦੇ ਕੇ ਚਲੇ ਜਾਂਦੇ ਆ। ਇਹਨਾਂ ਨੇ ਸੰਗਤ ਦਰਸ਼ਨ ਸ਼ੁਰੂ ਕੀਤਾ, ਜਿਹੜਾ ਇਹਨਾਂ ਦਾ ਕਾਫੀ ਜਿਹੜਾ ਨਾ ਲੋਕਾਂ 'ਚ ਬਹੁਤ ਪਸੰਦ ਕੀਤਾ ਗਿਆ ਲੋਕਾਂ ਨੂੰ। ਹੁਣ ਜਦੋਂ ਬਹੁਤ ਸਾਰੇ ਦੇਖੋ ਉਤਾਰ ਚੜ੍ਹਾਅ ਵੀ ਅਕਾਲੀ ਦਲ 'ਚ ਆਏ, ਬਹੁਤ ਸਾਰੇ ਵਾਰੀ ਇਹਨਾਂ ਨੇ ਜੇਲ੍ਹ ਵੀ ਕੱਟੀ, ਬਹੁਤ ਸਾਰੇ ਲੀਡਰ ਕਈ ਵਾਰੀ ਇਹਨਾਂ ਨੂੰ ਛੱਡ ਕੇ ਚਲੇ ਗਏ। ਪਰ ਇਹਨਾਂ 'ਚ ਇੱਕ ਗੱਲ ਸੀ, ਕਦੀ ਗੁੱਸਾ ਨਹੀਂ ਕਰਦੇ। ਕੋਈ ਜਿੰਨੀ ਮਰਜ਼ੀ ਗੁੱਸਾ ਕਰਕੇ ਚਲਾ ਜਾਏ ਨਾ ਇਹਨਾਂ ਦੇ ਕੋਲ, ਬਾਦਲ ਸਾਹਿਬ ਕੋਲ, ਇਹਨਾਂ ਨੇ ਆਪਣੇ ਮੂੰਹ ਮਤਲਬ ਚਿਹਰੇ ਤੇ ਕੋਈ ਸ਼ਿਕਨ ਨਹੀਂ ਆਉਣ ਦੇਣੀ, ਕੋਈ ਰਿਐਕਸ਼ਨ ਨਹੀਂ ਆਉਣ ਦੇਣਾ ਵੀ ਐਸੀ ਸ਼ਖਸੀਅਤ ਸੀ ਬਾਦਲ ਸਾਹਿਬ ਦੀ। ਫਿਰ ਇਹਨਾਂ ਨੂੰ ਪਿੰਡ ਦੇ ਹਰ ਬੰਦੇ ਦਾ ਨਾਂ ਚੇਤਾ ਸੀ, ਪਰਿਵਾਰ ਦੇ ਨਾਂ ਚੇਤਾ ਸੀ। ਜਦੋਂ ਲੋਕ ਉਹਨੂੰ ਮਿਲਦੇ ਸੀ ਨਾ ਲੋਕ, ਤੇ ਉਹਨਾਂ ਨੂੰ ਨਾਂ ਲੈ ਕੇ ਬੁਲਾਉਂਦੇ ਸੀ ਬਾਦਲ ਸਾਹਿਬ। ਹੁਣ ਦੇਖੋ ਗੁਰਚਰਨ ਸਿੰਘ ਟੌਹਰਾ ਜਦੋਂ ਉਹਨਾਂ ਨੂੰ ਅੱਡ ਹੋਏ, ਫਿਰ ਉਹਨਾਂ ਨੇ ਆਪਣੀ ਸਰਬ ਹਿੰਦ ਅਕਾਲੀ ਦਲ ਪਾਰਟੀ ਵੀ ਬਣਾਈ। ਹਾਲਾਂਕਿ ਉਸ ਤੋਂ ਬਾਅਦ ਉਹ ਸਕਸੈਸਫੁਲ ਨਹੀਂ ਹੋਏ। ਬਹੁਤ ਸਾਰੇ ਦੇਖੋ ਲੀਡਰ ਹੈ, ਰਣਜੀਤ ਸਿੰਘ ਬ੍ਰਹਮਪੁਰਾ ਹੁਣ ਸ਼ਾਇਦ ਉਹ ਨਹੀਂ ਰਹੇ, ਆਪਣੇ ਦੁਨੀਆ ਤੇ ਨਹੀਂ ਰਹੇ ਉਹ ਵੀ, ਉਹਨਾਂ ਨੇ ਵੀ ਅਲੱਗ ਰੁਖ ਕਰ ਲਿਆ ਸੀ, ਪਰ ਬਾਅਦ 'ਚ ਅਕਾਲੀ ਦਲ 'ਚ ਆ ਗਏ ਸੀ। ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਹੋਰ ਬਹੁਤ ਸਾਰੇ ਨਾਂ ਹੈ ਵੀ ਜਿਹੜਾ ਅਕਾਲੀ ਦਲ ਤੋਂ ਅਲੱਗ ਹੋਇਆ ਉਹ ਹੌਲੀ ਹੌਲੀ ਉਹ ਖਤਮ ਹੋ ਗਿਆ। ਹੁਣ ਬਾਦਲ ਸਾਹਿਬ, ਫਿਰ ਇਹ ਵੀ ਕਿਹਾ ਜਾਂਦਾ ਸੀ ਵੀ ਬਾਦਲ ਸਾਹਿਬ ਪੁੱਤਰ ਮੋਹ 'ਚ ਫਸ ਗਏ ਨੇ, ਇਸ ਕਰਕੇ ਜਿਹੜੇ ਪੁਰਾਣੇ ਬੰਦੇ ਆ ਟਕਸਾਲੀ ਆ ਉਹਨਾਂ ਦੀ ਪੁੱਛ ਨਹੀਂ ਹੋ ਰਹੀ। ਪਰ ਚਲੋ ਅੱਜ ਅਸੀਂ ਉਧਰ ਨਹੀਂ ਜਾਣਾ ਵੀ ਕੀ ਸੀ। ਪਰ ਬਾਦਲ ਸਾਹਿਬ ਦਾ ਇੱਕ ਸੀਗਾ ਕਿ ਬਾਦਲ ਸਾਹਿਬ ਦਾ ਦੇਖੋ ਨਾ, ਚੌਟਾਲਾ ਪਰਿਵਾਰ ਦੇ ਨਾਲ ਬੜਾ ਰਿਹਾ। ਜਦੋਂ ਇਹ ਐਮਰਜੈਂਸੀ 'ਚ ਜੇਲ੍ਹ 'ਚ ਸਨ, ਇਹਨਾਂ ਦੀ ਬੇਟੀ ਦੀ ਸ਼ਾਦੀ ਸੀਗੀ, ਇਹ ਕੰਨਿਆਦਾਨ ਕਰਨੇ ਸੀ ਨਹੀਂ ਆਏ ਉਦੋਂ। ਚੌਧਰੀ ਜਦੋਂ ਦੇਵੀ ਲਾਲ ਸਾਬਕਾ ਉਪ ਮੁੱਖ ਮੰਤਰੀ ਜਿਹੜੇ ਮਹਿਰੂਮ ਨੇ, ਉਹਨਾਂ ਦੇ ਬੇਟੇ ਬਾਅਦ 'ਚ ਓਮ ਪ੍ਰਕਾਸ਼ ਚੌਟਾਲਾ ਜਿਹੜੇ ਉਹ ਵੀ ਬਣੇ ਮੁੱਖ ਮੰਤਰੀ ਬਣੇ। ਉਹਨਾਂ ਨਾਲ ਮਤਲਬ ਉਹਨਾਂ ਨੇ ਇਹਨਾਂ ਦੀ ਕੰਨਿਆਦਾਨ ਵੀ ਕੀਤਾ ਸੀਗਾ। ਮਤਲਬ ਇਹਨਾਂ ਦਾ ਪਰਿਵਾਰ ਰਿਹਾ ਸੀਗਾ। ਉਸ ਤੋਂ ਦੇਖੋ ਇਹਨਾਂ ਦੇ ਜਦੋਂ 2015 ਦੇ ਵਿੱਚ ਉਹ ਬਾਬਲ ਕਲਾਂ ਕਾਂਡ, ਬਰਗਾੜੀ ਕਾਂਡ, ਜਿਹੜਾ ਵੀ ਕੋਟਕਪੂਰਾ ਕਾਂਡ ਹੋਇਆ, ਉਹਦੇ ਚਲਾਨ ਪੇਸ਼ ਹੋ ਚੁੱਕਿਆ। ਹੁਣ ਮੈਂ ਨਹੀਂ ਉਹਦੇ 'ਚ ਜਾਣਨਾ ਚਾਹੁੰਦਾ ਵੀ ਇਹਦੇ 'ਚ ਸਿਆਸਤ, ਕਿਉਂਕਿ ਬੜੀ ਅਜੀਬ ਚੀਜ਼ ਹੈ। ਕੀ ਹੋਇਆ ਕੀ ਨਹੀਂ ਹੋਇਆ, ਮੁੱਦੇ ਤੇ ਪੰਜਾਬ ਦੇ ਕਈ ਨੇ। ਫਿਰ ਇਹ ਵੀ ਲੋਕ ਬਹੁਤ ਸਾਰੇ ਕਹਿੰਦੇ ਰਹੇ ਵੀ ਇਹਨਾਂ ਨੇ ਆਪਣਾ ਸੋਚਿਆ, ਨਹੀਂ ਤੇ ਪੰਜਾਬ ਕਰਜ਼ਦਾਰ ਨਾ ਹੁੰਦਾ। ਵੀ ਪੰਜਾਬ ਕੱਲਾ ਇੱਕ ਬੰਦੇ ਕਰਕੇ ਕਰਜ਼ਦਾਰ ਥੋੜੀ ਆ, ਉਹਦੇ 'ਚ ਤੇ ਬਹੁਤ ਸਾਰੇ ਲੋਕ ਸ਼ਾਮਲ ਹੈ। ਜੇ ਪੰਜਾਬ ਦੀ ਹਵਾ ਜ਼ਹਿਰੀਲੀ ਹੋ ਗਈ ਤੇ ਇੱਕ ਬੰਦੇ ਕਰਕੇ ਥੋੜੀ ਨਾ ਹੋਈ ਹੈ, ਬਹੁਤ ਸਾਰੇ ਲੋਕ ਜ਼ਿੰਮੇਦਾਰ ਹੈ। ਦੂਸਰੇ ਸਿਆਸੀ ਲੀਡਰ ਵੀ ਉਨੇ ਹੀ ਜ਼ਿੰਮੇਦਾਰ ਹੈ ਵੀ ਜਿਹੜਾ ਕੋਈ ਗਲਤ ਕੰਮ ਹੁੰਦਿਆਂ ਚੁੱਪ ਰਹਿੰਦਾ ਹੈ, ਉਹ ਉਨਾ ਹੀ ਜ਼ਿੰਮੇਦਾਰ ਹੈ। ਇੱਥੇ ਫਿਰ ਕਦੀ ਗੱਲ ਕਰਾਂਗੇ। ਤੇ ਇਸ ਕਰਕੇ ਬਾਦਲ ਸਾਹਿਬ ਦੀ ਜਿਹੜੀ ਹੈ ਨਾ ਕਮੀ ਘਾਟਾ, ਇਹ ਕਦੀ ਵੀ ਪੂਰਾ ਨਹੀਂ ਹੋ ਸਕਦਾ। ਹੁਣ ਇਹ ਵੀ ਲੋਕ ਕਹਿੰਦੇ ਸੀ ਵੀ ਆਖਿਰਕਾਰ ਬਾਦਲ ਸਾਹਿਬ ਨੂੰ ਗੁੱਸਾ ਕਿਉਂ ਨਹੀਂ ਆਉਂਦਾ, ਬੜਾ ਵੱਡਾ ਮਤਲਬ ਉਹ ਹੈਰਾਨ ਰਹਿੰਦੇ ਸੀਗੇ ਵੀ ਜਦੋਂ ਉਹਨਾਂ ਨੂੰ ਪੱਤਰਕਾਰ ਵੀ ਕੋਈ ਸਵਾਲ ਪੁੱਛਦੇ ਇਹਨਾਂ ਨੂੰ ਨਹੀਂ ਨਾ ਜਵਾਬ ਦੇਣਾ, ਉਹਨਾਂ ਕਹਿਣਾ ਛੱਡੋ ਕਾਕਾ ਜੀ, ਹੁਣ ਪੁਰਾਣੀਆਂ ਗੱਲਾਂ ਤੇ ਕੀ ਜਾਣਾ। ਮੈਨੂੰ ਯਾਦ ਆ ਇੱਥੇ ਇੱਕ ਵਾਰੀ ਆਏ ਸੀਗੇ ਜਦੋਂ ਟ੍ਰਿਲੀਅਮ ਦਾ ਉਦਘਾਟਨ ਹੋਇਆ ਤੇ ਅਸੀਂ ਬਾਹਰ ਖੜੇ ਸੀ, ਇਹਨਾਂ ਨਾਲ ਗੱਲਬਾਤ ਕਰਨੀ ਸੀ। ਉਦੋਂ ਇਹਨਾਂ ਦੂਰੋਂ ਦੇਖ ਲਿਆ ਤੇ ਸਿਕਿਉਰਿਟੀ ਕਹਿੰਦੀ ਨਹੀਂ ਚਲੋ, ਕਹਿੰਦਾ ਨਹੀਂ ਪਹਿਲੇ ਮੁੰਡੇ ਖਲੋਤੇ, ਮੈਂ ਉਹਨਾਂ ਨਾਲ ਗੱਲ ਕਰਨਾ। ਮਤਲਬ ਐਸੀ ਸ਼ਖਸੀਅਤ ਸੀ ਬਾਦਲ ਸਾਹਿਬ। ਤੇ ਇਸ ਪੰਜਾਬ ਨੂੰ ਭਰਪਾਈ ਨਹੀਂ ਹੋਣੀ, ਐਸਾ ਲੀਡਰ ਜਿਹੜਾ ਹੈ ਉਹ ਵਾਰ-ਵਾਰ ਜਨਮ ਨਹੀਂ ਲੈਂਦਾ। ਆਪਣੇ ਸਾਹਿਬ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ, ਉਹਨਾਂ ਦੇ ਘਰ ਨੂੰ ਲੈ ਕੇ ਸਿਆਸਤ ਗਰਮਾ ਰਹੀ ਹੈ ਤੇ ਵਿਰੋਧੀਆਂ ਵੱਲੋਂ ਆਰੋਪ ਵੀ ਲੱਗ ਰਹੇ ਨੇ ਉਹਨਾਂ ਦੇ। ਦੇਖੋ ਜੀ, ਕੱਲ ਦੀ ਬੜੀ ਸਿਆਸਤ ਗਰਮਾਈ ਹੋਈ ਹੈ। ਅਰਵਿੰਦ ਕੇਜਰੀਵਾਲ ਹੋਣਾ ਤੇ ਦੇਖੋ ਜਦੋਂ ਸਿਆਸਤ 'ਚ ਆਏ ਸੀ, ਕੌਣ ਨਹੀਂ ਜਾਣਦਾ ਵੀ ਅੰਨਾ ਹਜ਼ਾਰੇ ਸਾਹਿਬ ਦਾ ਅੰਦੋਲਨ ਸੀਗਾ, ਉਦੋਂ ਉੱਥੋਂ ਨਿਕਲੀ ਇਹ ਪਾਰਟੀ ਹੈ। ਭ੍ਰਸ਼ਟਾਚਾਰ ਦੇ ਖਿਲਾਫ ਅੰਦੋਲਨ ਹੁੰਦਾ ਹੈ, ਉੱਥੋਂ ਇਹ ਪਾਰਟੀ ਨਿਕਲੀ। ਉਦੋਂ ਇਹਨਾਂ ਨੇ ਕਿਹਾ ਸੀਗਾ ਵੀ ਮੈਂ ਜੇ ਸੱਤਾ 'ਚ ਆਵਾਂਗੇ, ਪਹਿਲੇ ਤਾਂ ਕਹਿੰਦੇ ਸੀ ਰਾਜਨੀਤੀ 'ਚ ਨਹੀਂ ਆਵਾਂਗੇ, ਫਿਰ ਲੋਕਾਂ ਨਾਲ ਗੱਲਬਾਤ ਕੀਤੀ, ਰਾਜਨੀਤੀ 'ਚ ਆ ਗਏ। ਫਿਰ
ਕਹਿੰਦੇ ਸੀ ਜੇ ਇਹ ਜੇ ਸੱਤਾ 'ਚ ਆ ਗਏ ਅਸੀਂ ਸੁਵਿਧਾਵਾਂ ਨਹੀਂ ਲਵਾਂਗੇ। ਬਹੁਤ ਦੇਰ ਇੱਕ ਨੀਲੀ ਕਾਰ 'ਚ ਇਹਨਾਂ ਕੋਲ ਮੇਰੇ ਖਿਆਲ ਬਰੂਤੀ ਵੈਗਨਾਰ ਹੁੰਦੀ ਸੀ, ਉਹਦੇ 'ਚ ਚੱਲਦੇ ਰਹੇ। ਮਫਲਰ ਪਾਣਾ ਇਹਨਾਂ ਦਾ ਦੇਖੋ ਸਰਦੀ 'ਚ ਜਦੋਂ ਕਹਿੰਦੇ ਮਫਲਰ ਕੇਜਰੀਵਾਲ ਸਾਹਿਬ ਪਾ ਲੈਣ ਤੇ ਸਮਝ ਲਓ ਕਿ ਸਰਦੀ ਆ ਗਈ ਹੈ। ਤੇ ਹੁਣ ਇਹਨਾਂ ਤੇ ਆਰੋਪ ਲੱਗੇ ਵੀ ਇਹਨਾਂ ਦਾ ਸਰਕਾਰੀ ਬੰਗਲਾ ਉਹਦੀ ਰੈਨੋਵੇਸ਼ਨ ਤੇ 44 ਕਰੋੜ 78 ਲੱਖ ਰੁਪਇਆ ਖਰਚ ਹੋਇਆ। ਦੇਖੋ ਨਾ, ਤੇ ਇੱਕ ਪਰਦਾ ਜਿਹੜਾ ਉੱਥੇ ਲੱਗਿਆ ਉਹ ਪਰਦੇ ਦੀ ਕੀਮਤ 8 ਲੱਖ ਰੁਪਏ ਦੀ ਹੈ ਤੇ 23 ਪਰਦਿਆਂ ਦਾ ਆਰਡਰ ਦਿੱਤਾ ਸੀ। ਤੇ ਬੀਜੇਪੀ ਹੁਣ ਸਵਾਲ ਕਰ ਰਹੀ ਹੈ। ਹੁਣ ਕਹਿੰਦੇ ਵੀ ਜਿਹੜਾ ਉੱਥੇ ਉਹਨਾਂ ਦੇ ਘਰ ਤੇ ਮਾਰਬਲ ਲੱਗਿਆ, ਉਹ ਮਾਰਬਲ ਦੀ ਜਿਹੜੀ ਕੀਮਤ ਆ ਉਹ 1 ਕਰੋੜ 15 ਲੱਖ ਆ। ਤੇ ਮਾਰਬਲ ਜਿਹੜਾ ਖਾਸ ਤੌਰ ਤੇ ਇਹ ਉੱਥੋਂ ਵੀਅਤਨਾਮ ਤੋਂ ਮੰਗਾਇਆ ਗਿਆ। ਹਾਲਾਂਕਿ ਇੱਕ ਜਿਹੜੇ ਕਿਸੇ ਚੈਨਲ ਨੇ ਅੰਨਾ ਹਜ਼ਾਰੇ ਨਾਲ ਗੱਲਬਾਤ ਕੀਤੀ ਇਹਨੂੰ ਲੈ ਕੇ, ਪਰ ਹਜ਼ਾਰੇ ਸਾਹਿਬ ਨੇ ਇੱਥੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਤਾ ਹੈ। ਹੁਣ ਇਹਨੂੰ ਲੈ ਕੇ ਕੱਲ ਰਾਘਵ ਚੱਡਾ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ, ਕਿਹਾ ਸੀ ਵੀ ਅਰਵਿੰਦ ਕੇਜਰੀਵਾਲ ਜਿਹੜੇ ਹੈ 1942 'ਚ ਘਰ ਬਣਿਆ ਸੀ ਜਿਹਦੇ 'ਚ ਰਹਿਣ ਡਏ ਨੇ, ਤੇ ਕਹਿੰਦੇ ਵੀ ਇੱਥੇ ਬੰਗਲਾ ਪ੍ਰਾਈਵੇਟ ਤੇ ਨਹੀਂ ਨਾ, ਇਹ ਸਰਕਾਰੀ ਬੰਗਲਾ ਜਿੱਤੇ ਨਾ ਪੈਸਾ ਖਰਚ ਹੋਇਆ। ਕਹਿੰਦੇ ਵੀ ਦੂਜੇ ਸੀਐਮ ਤੇ ਪੀਐਮ ਤੇ ਵੀ ਇਹਦੀ ਤੁਲਨਾ ਕੀਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦੇ ਘਰ 'ਚ ਕਹਿੰਦੇ ਰਗੜਾਈ ਤੇ 20 ਕਰੋੜ ਰੁਪਏ ਖਰਚਾ ਹੋਇਆ। ਪ੍ਰਧਾਨ ਮੰਤਰੀ ਦਾ ਜਿਹੜਾ ਕਹਿੰਦੇ ਘਰ ਬਣਾਇਆ ਜਾ ਰਿਹਾ ਜਿਹਦੀ ਲਾਗਤ ਜਿਹੜੀ ਹੈ 500 ਕਰੋੜ ਰੁਪਏ, ਤੇ ਹੋ ਸਕਦਾ ਕਹਿੰਦੇ ਲਾਗਤ ਨਾਲੋਂ ਦੁੱਗਣਾ ਖਰਚ ਹੋ ਜਾਵੇ, ਤਿਗਣਾ ਖਰਚ ਹੋ ਜਾਵੇ। ਤੇ ਜੇ ਮੁੱਖ ਮੰਤਰੀ ਨੇ ਇਹ ਕੋਈ ਖਰਚ ਆਪਣਾ ਕਰ ਲਿਆ ਤੇ ਇਹ ਕੋਈ ਗਲਤ ਨਹੀਂ ਕੀਤਾ, ਇਹਨੂੰ ਇਸ ਤਰ੍ਹਾਂ ਨਹੀਂ ਦੇਖਣਾ ਚਾਹੀਦਾ। ਤੇ ਮੁੱਖ ਮੰਤਰੀ ਦਾ ਅਧਿਕਾਰ ਹੈ ਵੀ ਉਹਨੂੰ ਵੀ ਚੰਗੇ ਘਰ 'ਚ ਰਹਿਣ ਦਾ ਅਧਿਕਾਰ ਹੈ। ਫਿਰ ਕਹਿੰਦੇ ਸੀ ਵੀ ਜਿਹੜੇ ਘਰ ਇਹਨਾਂ ਦੇ ਮਾਤਾ ਪਿਤਾ ਜਿਹੜੇ ਘਰ 'ਚ ਰਹਿੰਦੇ ਸੀ, ਜਿਹੜੇ ਕਮਰੇ ਦੇ ਵਿੱਚ, ਉਸੇ ਘਰ ਦੇ ਵਿੱਚ, ਉਹ ਕਮਰੇ ਦੀ ਛੱਤ ਵੀ ਜਿਹੜੀ ਹੈ ਟਪਕਦੀ ਰਹੀ ਤੇ 2-3 ਵਾਰ ਡਿੱਗੀ ਵੀ ਹੈ। ਹੁਣ ਕਹਿੰਦੇ ਵੀ ਇੱਥੇ ਬੀਜੇਪੀ ਲੀਡਰ ਹੈ ਰਾਮਵੀਰ ਸਿੰਘ ਬਧੂੜੀ, ਉਹ ਕਹਿੰਦੇ ਵੀ ਮੈਂ ਪਹਿਲੇ ਵਾਰ ਕਿਹਾ ਵੀ ਕੇਜਰੀਵਾਲ ਸਾਹਿਬ ਜਿਹੜੇ ਨਾ ਉਹ ਹੁਣ ਆਮ ਨਹੀਂ, ਉਹ ਖਾਸ ਹੋ ਗਏ ਨੇ ਜੀ। ਤੇ ਹੁਣ ਅੱਜ ਸ਼ੀਸ਼ ਮਹਿਲ ਕਹਿੰਦੇ ਉਹ ਬਣਾ ਰਹੇ ਨੇ ਆਪਣਾ। ਜਦੋਂ ਘਰ 'ਚ ਨਿਕਲਦੇ ਨੇ ਘਰੋਂ ਤੇ 28 ਗੱਡੀਆਂ ਦਾ ਉਹਨਾਂ ਦਾ ਕਾਫਲਾ ਹੁੰਦਾ ਹੈ। ਪੰਜਾਬ ਪੁਲਿਸ ਵੀ ਉਹਨਾਂ ਦੀ ਸਿਕਿਉਰਿਟੀ ਕਰਦੀ ਹੈ। 50 ਲੱਖ ਤੋਂ ਵੱਡੀ ਉਹਨਾਂ ਦੀ ਜਿਹੜੀ ਹੈ ਉਹ ਜ਼ਿਆਦਾ ਮਹਿੰਗੀ ਉਹਨਾਂ ਦੀ ਕਾਰ ਹੈ। ਹੁਣ ਕਹਿੰਦੇ ਵੀ ਲੋਕ ਮਰ ਰਹੇ ਸੀਗੇ ਤੇ ਇਹ ਆਪਣੇ ਬੰਗਲੇ ਵੱਲ ਜਿਹੜਾ ਇਹਨਾਂ ਦਾ ਧਿਆਨ ਸੀਗਾ। ਹੁਣ ਬਹੁਤ ਸਾਰੇ ਦੇਖੋ ਆਰੋਪ ਲੱਗ ਰਹੇ ਨੇ, ਆਰੋਪ ਪ੍ਰਤਿਆਰੋਪ ਦੀ ਰਾਜਨੀਤੀ ਤੁਹਾਨੂੰ ਪਤਾ ਇੱਥੇ ਹਮੇਸ਼ਾ ਹੁੰਦੀ ਰਹੀ ਹੈ। ਪਰ ਸਵਾਲ ਜਿਹੜਾ ਸਭ ਤੋਂ ਵੱਡਾ ਹੈ ਕਿ ਕਿਸੇ ਨੂੰ ਬੰਗਲਾ ਮਿਲ ਗਿਆ, ਕਿਸੇ ਨੂੰ ਸਿਕਿਉਰਿਟੀਆਂ ਮਿਲ ਗਈਆਂ, ਕਿਸੇ ਨੂੰ ਪਦ ਮਿਲ ਗਿਆ, ਆਮ ਆਦਮੀ ਨੂੰ ਕੀ ਮਿਲਿਆ? ਆਮ ਆਦਮੀ ਨੂੰ ਤਾਂ ਕੁਛ ਨਹੀਂ ਮਿਲਿਆ ਨਾ। ਲੋਕ ਉਹੀ ਗਰੀਬ ਹੈ। ਮੁਫਤ ਰਾਸ਼ਨ, ਮੁਫਤ ਬੱਤੀ, ਮੁਫਤ ਸਰਕਾਰੀ ਸੁਵਿਧਾਵਾਂ ਦਿਓ ਤੇ ਆਪ ਕਰੋ ਮੌਜ। ਹੁਣ ਅੱਜ ਜਿਹੜੀ ਹੈ ਸੰਜੇ ਸਿੰਘ ਜਿਹੜੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਉਹ ਕਹਿੰਦੇ ਵੀ ਇਹ ਬੇਸਿਕਲੀ ਮੇਨ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਵੀ 30 ਕਰੋੜ ਰੁਪਏ ਖਰਚ ਹੋਏ ਨੇ। ਬੀਜੇਪੀ ਝੂਠ ਬੋਲ ਰਹੀ ਹੈ ਵੀ 45 ਕਰੋੜ ਖਰਚ ਨਹੀਂ ਹੋਏ। ਕਹਿੰਦੇ ਵੀ ਜਿਹੜੇ ਦੇਸ਼ ਦੇ ਗੰਭੀਰ ਮੁੱਦੇ ਨੇ ਬੀਜੇਪੀ ਉਹਨਾਂ ਤੇ ਚਰਚਾ ਨਹੀਂ ਕਰਨਾ ਚਾਹ ਰਹੀ। ਪੁਲਵਾਮਾ ਤੇ ਕਹਿੰਦੇ ਸਤਿਆਪਾਲ ਮਲਿਕ ਨੇ ਜਿਹੜੇ ਗਵਰਨਰ ਰਹੇ ਨੇ ਜੰਮੂ ਕਸ਼ਮੀਰ ਦੇ, ਉਹਨਾਂ ਨੇ ਕਈ ਖੁਲਾਸੇ ਕੀਤੇ ਹੈ ਵੀ ਜਦੋਂ ਹਮਲਾ ਹੋਇਆ ਸੀ ਜੀ 에ਅਰਕ੍ਰਾਫਟ ਦੇ ਦਿੱਤੇ ਜਾਂਦੇ, 5 ਜਹਾਜ਼ ਦਿੱਤੇ ਜਾਂਦੇ ਤੇ ਇਹ ਨਹੀਂ ਸੀ ਹੋਣਾ, ਤੇ ਫਿਰ ਉਹਨਾਂ ਨੂੰ ਬਾਅਦ 'ਚ ਚੁੱਪ ਕਰਨ ਲਈ ਕਿਹਾ ਗਿਆ, ਉਹਦੇ ਜਵਾਬ ਨਹੀਂ ਦਿੰਦੇ। ਫਿਰ ਕਹਿੰਦੇ ਅਡਾਨੀ ਮਾਂ ਘੋਟਾਲਾ ਹੋਇਆ, ਚਰਚਾ ਨਹੀਂ ਹੋਈ। ਹਿਡਨਬਰਗ ਦੀ ਰਿਪੋਰਟ ਆਈ ਸੀ ਕਿਸ ਤਰ੍ਹਾਂ ਲੋਕ ਸ਼ੈਲ ਕੰਪਨੀਆਂ ਬਣੀਆਂ, ਉਹਦੇ ਤੇ ਕੋਈ ਚਰਚਾ ਨਹੀਂ ਹੋਈ। ਸਰਕਾਰੀ ਕੰਪਨੀਆਂ ਕਹਿੰਦੇ ਵੇਚੀ ਜਾ ਰਹੀਆਂ, ਕੋਈ ਚਰਚਾ ਨਹੀਂ ਹੁੰਦੀ। ਹੁਣ ਕੇਜਰੀਵਾਲ ਦੇ ਘਰ ਤੇ ਕਹਿੰਦੀ ਬੜੀ ਚਰਚਾ ਹੋਣੀ ਸ਼ੁਰੂ। ਅੱਜ ਬੀਜੇਪੀ ਵਾਲਿਆਂ ਨੇ ਪ੍ਰਦਰਸ਼ਨ ਵੀ ਕੀਤਾ ਉੱਥੇ ਆਮ ਆਦਮੀ ਪਾਰਟੀ ਦੇ ਉੱਤੇ ਬਾਹਰ ਵੀ ਇਹ ਕੇਜਰੀਵਾਲ ਅਸਤੀਫਾ ਦੇਣਾ ਚਾਹੀਦਾ। ਕਹਿੰਦੇ ਇਹਨਾਂ ਨੂੰ ਇੱਥੇ ਰਹਿਣ ਦਾ ਮਤਲਬ ਮੁੱਖ ਮੰਤਰੀ ਬਣਨ ਦਾ ਕੋਈ ਅਧਿਕਾਰ ਨਹੀਂ ਹੈ। ਹੁਣ ਸੰਜੇ ਸਿੰਘ ਇਹ ਵੀ ਕਹਿੰਦੇ ਆ ਵੀ ਜਦੋਂ ਦਿੱਲੀ ਦੇ ਲਾਟ ਸਾਹਿਬ ਉਹ ਬੁਲਾਉਂਦੇ ਆ LG VK ਸਕਸੇਨਾ ਨੂੰ, ਕਹਿੰਦੇ ਵੀ ਉਹਨਾਂ ਦੇ ਘਰ ਤੇ 15 ਕਰੋੜ ਖਰਚ ਹੁੰਦੇ ਆ, ਉਦੋਂ ਨਹੀਂ ਕੋਈ ਬੋਲਦਾ। ਗੁਜਰਾਤ ਦੇ ਵਿਜੇ ਰੂਪਾਣੀ CM, ਉਹਨਾਂ ਦੇ 191 ਕਰੋੜ ਰੁਪਇਆ ਉਹਨਾਂ ਦੇ ਉਡਨ ਖਟੋਲੇ ਤੇ ਖਰਚ ਹੁੰਦਾ, ਉਹਦੇ ਤੇ ਕੋਈ ਨਹੀਂ ਬੋਲਦਾ। ਸ਼ਿਵਰਾਜ ਚੌਹਾਨ ਹਵਾਈ ਜਹਾਜ਼ ਖਰੀਦਣ ਤੇ ਕਹਿੰਦੇ 65 ਕਰੋੜ ਲਾਉਂਦੇ ਨੇ, ਉਹਦੇ ਤੇ ਕੋਈ ਖਰਚ ਨਹੀਂ ਹੁੰਦਾ। ਆਪਣੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਜਹਾਜ਼ ਖਰੀਦਿਆ ਜਾਂਦਾ ਉਹਨਾਂ ਲਈ 8400 ਕਰੋੜ ਦਾ, ਕੋਈ ਚਰਚਾ ਨਹੀਂ ਹੁੰਦੀ। ਕਾਰ ਖਰੀਦੀ ਜਾਂਦੀ ਹੈ 12 ਕਰੋੜ ਦੀ, ਕੋਈ ਚਰਚਾ ਨਹੀਂ ਹੁੰਦੀ। ਪੈਨ ਖਰੀਦਿਆ ਜਾਂਦਾ 1.25 ਲੱਖ ਦਾ, ਕੋਈ ਚਰਚਾ ਨਹੀਂ ਹੁੰਦੀ। ਐਨਕਾਂ 1,60,000 ਦੀਆਂ, ਸੂਟ 10-10 ਲੱਖ ਦਾ ਖਰੀਦਾ ਜਾਂਦਾ, ਇਹ ਕੋਈ ਚਰਚਾ ਨਹੀਂ ਹੁੰਦੀ। ਕਹਿੰਦੇ ਵੀ ਪ੍ਰਧਾਨ ਮੰਤਰੀ ਉਹ ਸੀਗੇ ਵੀ ਜਦੋਂ ਆਏ ਸੀ ਕਹਿੰਦੇ ਸੀ ਮੈਂ ਫਕੀਰ ਹਾਂ, ਮੈਂ ਤੇ ਝੋਲਾ ਉਠਾ ਕੇ ਚੱਲ ਦੂੰਗਾ। ਕਹਿੰਦੇ ਤੇ ਸ਼ਹਿਨਸ਼ਾਹ ਵਰਗੀ ਜ਼ਿੰਦਗੀ ਜੀਂਦੇ ਨੇ। ਕਹਿੰਦੇ ਵੀ ਦੇਖੋ ਵੀ ਜੇ ਇਹ ਫਕੀਰ ਨੇ ਤੇ ਆਮ ਬੰਦੇ ਦਾ ਕੀ ਬਣੂਗਾ।
ਕੁੱਲ ਮਿਲਾ ਕੇ ਦੇਖੋ ਇਹ ਆਰੋਪ ਪ੍ਰਤਿਆਰੋਪ ਦੀ ਜਿਹੜੀ ਰਾਜਨੀਤੀ ਹੈ ਜਿਹੜੀ ਇਹ ਹਮੇਸ਼ਾ ਰਹੀ ਹੈ। ਸਵਾਲ ਫਿਰ ਉਹੀ ਹੈ ਕਿ ਵੀ ਜਨਤਾ ਨੂੰ ਕੀ ਮਿਲਿਆ, ਲੋਕਾਂ ਨੂੰ ਕੀ ਮਿਲਿਆ। ਹੁਣ ਸੰਜੇ ਸਿੰਘ ਨੇ ਤੇ ਇਹ ਵੀ ਕਿਹਾ ਵੀ ਜਿਹੜੇ ਅਡਾਨੀ ਨੂੰ ਖਡਾਨਾ ਕੋਲੇ ਦੀਆਂ ਦਿੱਤੀਆਂ ਉਹ ਕਿਸ ਤਰ੍ਹਾਂ ਦਿੱਤੀਆਂ ਗਈਆਂ। ਬੜੇ ਗੰਭੀਰ ਆਰੋਪ ਬੇਸਿਕ ਆਮ ਆਦਮੀ ਪਾਰਟੀ ਦੇਖੋ ਹਮੇਸ਼ਾ ਹੀ ਹਮਲਾਵਰ ਰਹੀ ਹੈ, ਖਾਸ ਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਹੁਤ ਸਾਰੇ ਆਰੋਪ ਲਗਾਉਂਦੇ ਵੀ ਇਹ ਜਿਹੜੇ ਹੈ ਕਿ ਇਹਨਾਂ ਨੇ ਪੈਸੇ ਦਾ ਜਿਵੇਂ ਦੁਰਉਪਯੋਗ ਕੀਤਾ। ਹੋਰ ਵੀ ਕਈ ਆਰੋਪ ਆਮ ਆਦਮੀ ਪਾਰਟੀ ਵੱਲੋਂ ਲਾਏ ਜਾਂਦੇ। ਹੁਣ ਸੱਚ ਕੀ ਹੈ ਝੂਠ ਕੀ ਹੈ ਇਹ ਤਾਂ ਸਮਝ ਤੋਂ ਪਰੇ ਹੈ, ਪਰ ਇਹ ਹੈਗਾ ਕਿ ਸਿਆਸਤ ਜਿਹੜੀ ਹੈ ਇਸ ਵਾਰੀ ਗਰਮਾ ਗਈ ਹੈ। ਉਹ ਕਹਿੰਦੇ ਵੀ ਆਮ ਆਦਮੀ ਆਪਣੇ ਆਪ ਨੂੰ ਕਹਿਣ ਵਾਲੇ ਭ੍ਰਸ਼ਟਾਚਾਰ ਦੇ ਅੰਦੋਲਨ 'ਚ ਇਸ ਪਾਰਟੀ ਜਦੋਂ ਨਿਕਲੀ ਸੀਗੀ ਉਹਦਾ ਉਦੇ ਹੁੰਦਾ ਹੈ ਤੇ ਲੋਕਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਆ ਤੇ ਹੁਣ ਇਹ ਖਾਸ ਹੋ ਗਏ, ਪੈਸੇ ਦਾ ਦੁਰਉਪਯੋਗ ਕੀਤਾ ਜਾ ਰਿਹਾ। ਕੁੱਲ ਮਿਲਾ ਕੇ ਦੇਖੋ ਅਸੀਂ ਨਹੀਂ ਕਹਿੰਦੇ, ਸਭ ਨੂੰ ਅਧਿਕਾਰ ਹੈ ਵੀ ਜੋ ਮਰਜ਼ੀ ਤੁਸੀਂ ਆਪਣਾ ਚੰਗੇ ਘਰ 'ਚ ਰਹਿਣ ਦਾ ਵੀ ਠੀਕ ਹੈ, ਪਰ ਲੋਕਾਂ ਦਾ ਕੀ ਬਣਿਆ। ਲੋਕ ਤਾਂ ਅੱਜ ਵੀ ਝੁੱਗੀਆਂ ਝੋਪੜੀਆਂ 'ਚ ਰਹਿੰਦੇ ਆ। ਹੁਣ ਕਾਂਗਰਸ ਵੀ ਜਿਹੜੀ ਹੈ ਉਹ ਵੀ ਹਮਲਾਵਰ ਹੋ ਗਈ ਹੈ ਇਹਦੇ 'ਤੇ। ਉਹਨਾਂ ਦੇ ਵੀ ਬਈ ਬੜੇ ਤਰ੍ਹਾਂ ਦੇ ਬਿਆਨ ਆਉਣ ਲੱਗ ਗਏ। ਉਹਨਾਂ ਦਾ ਕਹਿਣਾ ਵੀ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਜੀ। ਹੁਣ ਦੇਖੋ ਕੁੱਲ ਮਿਲਾ ਕੇ ਰਾਜਨੀਤੀ ਹੈ, ਕਹਿੰਦੇ ਰਾਜਨੀਤੀ ਇਹਨਾਂ ਨੇ ਕਰਨੀ ਹੈ, ਨੇਤਾਵਾਂ ਦਾ ਕੰਮ ਹੈ। ਕੋਈ ਨਾ ਕੋਈ ਮੁੱਦਾ ਜਿਹੜਾ ਹੈ ਉਹਨਾਂ ਦੇ ਹੱਥ ਲੱਗਣਾ ਚਾਹੀਦਾ। ਹੁਣ ਇਸ ਵੇਲੇ ਇਹ ਵਾਲਾ ਮੁੱਦਾ ਇਹਨਾਂ ਦੇ ਹੱਥ ਲੱਗ ਗਿਆ। ਪਟਵਾਰੀ ਸਾਹਿਬ, ਸੁਡਾਨ ਵਿੱਚ ਚੱਲ ਰਹੇ ਗ੍ਰਹਿ ਯੁੱਧ ਦੇ ਵਿੱਚ ਫਸੇ ਭਾਰਤੀਆਂ ਨੂੰ ਭਾਰਤ ਸਰਕਾਰ ਵੱਲੋਂ ਆਪਰੇਸ਼ਨ ਕਾਵੇਰੀ ਦੇ ਤਹਿਤ ਉਹਨਾਂ ਨੂੰ ਭਾਰਤ ਵਾਪਸ ਲਿਆਂਦਾ ਜਾ ਰਿਹਾ। ਤੁਸੀਂ ਇਹ ਦੇਖੋ ਪ੍ਰਿੰਸ ਸੁਡਾਨ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਲੜਾਈ ਲੱਗੀ ਹੋਈ ਹੈ ਤੇ ਬਹੁਤ ਸਾਰੇ ਭਾਰਤੀਆਂ ਨੂੰ ਦੇਖੋ ਮੰਗਲਵਾਰ ਨੂੰ 278 ਭਾਰਤੀਆਂ ਨੂੰ ਸੁਮੇਧਾ ਤੇ ਜੈਦਾ ਲਈ ਕਹਿੰਦੇ ਵੀ ਰਵਾਨਾ ਹੋ ਗਏ। ਪਹਿਲੇ ਉਸ ਤੇ ਆਉਣਗੇ ਉਹਨਾਂ ਨੂੰ ਇੱਕ ਬੰਦਰਗਾਹ ਤੇ ਲਿਆਇਆ ਜਾਏਗਾ ਸਾਊਦੀ ਅਰਬ ਦੇ ਰਸਤੇ, ਫਿਰ ਉਹਨਾਂ ਨੂੰ ਜਹਾਜ਼ ਰਾਹੀਂ ਇੱਥੇ ਲਿਆਂਦਾ ਜਾਏਗਾ। ਬਹੁਤ ਸਾਰੇ ਭਾਰਤੀਆਂ ਨੂੰ ਲਿਆਂਦਾ ਗਿਆ। ਹੁਣ ਉੱਥੇ 12 ਦਿਨਾਂ ਤੋਂ ਲੜਾਈ ਚੱਲ ਰਹੀ ਹੈ। ਹੁਣ ਇਹ ਲੜ ਕਿਉਂ ਰਹੇ ਹੈ ਇਹ ਸਮਝ ਤੋਂ ਪਰੇ ਹੈ। ਦੇਖੋ ਉੱਥੇ ਲੜਨ ਵਾਲੇ ਨੇ ਯੁੱਧਰਤ ਸੈਨਾ ਤੇ ਅਰਧ ਸੈਨਿਕ ਬਲ ਰੈਪਿਡ ਸਪੋਰਟ ਫੋਰਸ ਜਿਹੜੀ ਹੈ ਆਪੋ ਜੇ ਲੜੀ ਜਾਂਦੇ ਮਰੀ ਜਾਂਦੇ, ਆਪਣਿਆਂ ਨੂੰ ਮਾਰੀ ਜਾਂਦੇ ਤੇ 400 ਤੋਂ ਵੱਧ ਬੰਦੇ ਜਿਹੜੇ ਮਰ ਗਏ ਹੈ ਤੇ 4000 ਤੋਂ ਵੱਧ ਜਿਹੜੇ ਆ ਉਹ ਘਾਇਲ ਹੋ ਗਏ ਨੇ। ਹੁਣ ਕਿਉਂਕਿ ਬਹੁਤ ਸਾਰੇ ਭਾਰਤੀ ਫਸੇ ਸੀ, ਹੋਰ ਲੋਕਾਂ ਜਿਹੜੇ ਲੋਕ ਵੀ ਫਸੇ ਸੀਗੇ ਉੱਥੇ। 72 ਘੰਟੇ ਦਾ ਇਹਨਾਂ ਨੇ ਵਿਰਾਮ ਕਿਹਾ ਵੀ ਅਸੀਂ ਲਾਵਾਂਗੇ, ਗੋਲਾਬਾਰੀ ਨਹੀਂ ਕਰਾਂਗੇ, ਪਰ ਵਿੱਚੋਂ ਫਿਰ ਵੀ ਇਸ ਤੋਂ ਪਹਿਲੇ ਵੀ 2 ਵਾਰੀ ਲੱਗਾ ਸੀ ਪਰ ਇਹ ਚਲਾ ਦਿੰਦੇ ਆ। ਇਸ ਤੋਂ ਪਹਿਲੇ ਤੁਹਾਨੂੰ ਯਾਦ ਹੋਣਾ ਯੂਕਰੇਨ 'ਚ ਭਾਰਤੀ ਫਸੇ ਸੀ, ਇੰਡੀਅਨ ਗਵਰਨਮੈਂਟ ਨੇ ਬੜਾ ਅਭਿਆਨ ਚਲਾਇਆ ਸੀ ਉਹਨਾਂ ਨੂੰ ਵੀ ਵਾਪਸ ਲਿਆਉਣ ਵਾਸਤੇ। ਤੇ ਹੁਣ ਉੱਥੇ ਵੀ ਦੇਖੋ ਨਾ ਇਹ ਲੜਾਈ ਤੇ ਦੇਖੋ ਜਾਂ ਈਗੋ ਦੀ ਹੈ ਵੀ 2 ਗੱਲਾਂ ਇੱਥੇ ਪ੍ਰਿੰਸ। ਇੱਕ ਤਾਂ ਯੂਕਰੇਨ ਦੇਖੋ ਤਬਾਹ ਹੋ ਗਿਆ, 1 ਸਾਲ ਤੋਂ ਲੜਾਈ ਚੱਲ ਰਹੀ ਹੈ। ਜਿਹੜੇ ਮੁਲਕ ਦੇ ਵਿੱਚ 1 ਸਾਲ ਤੋਂ ਲੜਾਈ ਚੱਲਦੀ ਹੋਏ ਕਈਆਂ ਲੋਕਾਂ ਦੇ ਘਰ ਟੁੱਟ ਗਏ, ਬਹੁਤ ਸਾਰੇ ਲੋਕ ਮਰ ਗਏ, ਉਹਨਾਂ ਦੀ ਜੀਵਨ ਦੀ ਕਮਾਈ ਬਰਬਾਦ ਹੋ ਗਈ, ਉਹਨਾਂ ਤੇ ਕੀ ਬੀਤਦੀ ਹੋਏਗੀ। ਵੀ ਤੁਸੀਂ ਸਾਰੀ ਈਗੋ ਤੇ ਲੜੀ ਜਾਂਦੇ ਹੋ ਵੀ ਕੋਈ ਕਹਿੰਦਾ ਯੂਕਰੇਨ ਨੂੰ ਮੈਂ ਤੇਰੇ ਨਾਲ ਆ, ਕੋਈ ਰਸ਼ੀਆ ਨੂੰ ਕਹਿੰਦਾ ਮੈਂ ਤੇਰੇ ਨਾਲ ਆ। ਭਲਿਓ ਮਾਨਸੋ ਵੀ ਇਹਨਾਂ ਨੂੰ ਬੰਦ ਕਰਾਓ ਲੜਾਈ। ਵੀ ਤੁਹਾਡੇ ਕਿਸੇ ਦੇ ਹਥਿਆਰ ਵਿਕਦੇ ਹੋਣੇ ਆ, ਕਿਸੇ ਦਾ ਹੋਰ ਕੋਈ ਸਮਾਨ ਵਿਕਦਾ ਹੋਣਾ ਵੀ ਇਸੇ ਤਰ੍ਹਾਂ ਹੀ ਇੱਥੇ ਜਿਹੜੀ ਲੜਾਈ ਹੁਣ ਲੱਗ ਗਈ ਹੈ। ਹੁਣ ਇੱਕ ਪਾਸੇ ਤੇ ਉਹ ਲੋਕ ਨੇ ਭਾਰਤੀਏ ਜਿਹੜੇ ਬਾਹਰ ਜਾ ਆਪਣਾ ਪਰਿਵਾਰ ਪਾਲਣ ਵਾਸਤੇ, ਪਰਿਵਾਰ ਦਾ ਪੇਟ ਪਾਲਣ ਵਾਸਤੇ ਇਹਨਾਂ ਕੰਟਰੀਜ਼ ਦੇ ਵਿੱਚ ਕੰਮ ਕਰਨ ਨੂੰ ਤਿਆਰ ਨੇ, ਤੇ ਦੂਜੇ ਪਾਸੇ ਸਾਡੇ ਲੀਡਰ ਸਾਹਿਬਾਨ ਨੇ। ਤੁਸੀਂ ਦੇਖੋ ਨਾ ਕਿੱਦਾਂ ਆਪਸ ਵਿੱਚ ਕਿਸੇ ਤੇ ਲੱਗ ਰਿਹਾ ਆਰੋਪ ਵੀ 45 ਕਰੋੜ ਦਾ ਘਰ ਬਣਾ ਲਿਆ, ਰੈਨੋਵੇਸ਼ਨ ਲਾ ਲਿਆ, ਕਿਸੇ ਤੇ ਆਰੋਪ ਲੱਗ ਰਿਹਾ ਵੀ ਇਹਨੇ ਜਹਾਜ਼ ਖਰੀਦ ਲਿਆ 8000 ਕਰੋੜ ਦਾ। ਵੀ ਭਲਿਓ ਮਾਨਸੋ ਵੀ ਰਾਜ ਕਿਤੇ ਤੇ ਕਰੋਗੇ। 142 ਕਰੋੜ ਤੋਂ ਵੱਧ ਅਸੀਂ ਹੋ ਗਏ, ਚੀਨ ਤੋਂ ਨੰਬਰ 1 ਹੋ ਗਏ ਆ ਜਨਸੰਖਿਆ 'ਚ। ਲੋਕਾਂ ਦਾ ਕੁਛ ਦਿਓ ਵੀ ਤੁਸੀਂ ਅੱਜ ਵੀ ਲੋਕਾਂ ਨੂੰ ਮੁਫਤਖੋਰੀ ਦੀ ਰਾਜਨੀਤੀ ਚੋਂ ਬਾਹਰ ਕੱਢੋ, ਇਹਦੇ ਤੇ ਕੋਈ ਸਖਤ ਕਾਨੂੰਨ ਬਣਾਓ। ਨਾਲ ਦੀ ਨਾਲ ਦੇਖੋ ਨਾ ਕਹਿੰਦੇ ਵੀ ਜਿੰਨਾ ਚੰਦਾ ਰਾਜਨੀਤਿਕ ਪਾਰਟੀਆਂ ਨੂੰ ਦਿਓ ਕੋਈ ਪੁੱਛਗਿੱਛ ਨਹੀਂ ਹੋਏਗੀ। ਉਹ ਬੈਂਕਾਂ ਦਾ ਪੈਸਾ NPO ਕਿਉਂ ਹੋ ਰਿਹਾ ਹੈ? ਬੈਂਕਾਂ ਦਾ ਮੈਂ ਇੱਕ ਛੋਟਾ ਜਿਹਾ ਲੋਨ ਅਪਲਾਈ ਕਰਨਾ ਸੀ, ਮੇਰਾ ਧੂਆਂ ਕਢਾਤਾ ਇਹਨਾਂ ਨੇ ਬੈਂਕ ਵਾਲਿਆਂ ਨੇ ਵੀ ਇੱਕ ਮੇਰੇ ਸਾਰੇ ਘਰ ਦੀ ਪਮਾਇਸ਼। ਉਹ ਗੱਲ ਇਹ ਮਤਲਬ ਇਸ ਤਰ੍ਹਾਂ ਤੱਕ ਲੈਂਦੇ ਆ ਵੀ 10 ਲੱਖ ਕਰੋੜ ਰੁਪਏ NPA ਕਿਸ ਤਰ੍ਹਾਂ ਹੋ ਗਿਆ। ਵੀ ਤੁਸੀਂ ਕੀ ਸਹੁੰ ਖਾ ਲਈਏ ਵੀ ਮੁਲਕ ਨੂੰ ਬਰਬਾਦ ਕਰਕੇ ਛੱਡਣਾ। ਮੈਂ ਕਿਸੇ ਰਾਜਨੀਤਿਕ ਪਾਰਟੀ ਨੂੰ ਦੋਸ਼ ਨਹੀਂ ਦਿੰਦਾ, ਸਾਰੀ ਰਾਜਨੀਤਿਕ ਪਾਰਟੀਆਂ ਉਹਦੇ 'ਚ ਦੋਸ਼ੀ ਹੈ, ਸਾਰੇ ਲੀਡਰ ਉਹਦੇ ਦੋਸ਼ੀ ਹੈ। ਨਹੀਂ ਤੇ ਅਮੀਰ ਗਰੀਬ ਦੀ ਪਾੜ ਇੰਨਾ ਵਧਣਾ ਜਾਂਦਾ, ਅਮੀਰ ਹੁੰਦਾ ਜਾ ਰਿਹਾ ਤੇ ਗਰੀਬ ਹੁੰਦਾ ਜਾ ਰਿਹਾ। ਉਹਦੇ ਕੋਲ ਵਿਚਾਰੇ ਕੋਲ ਤਾਂ 2 ਜੂਨ ਦੀ ਰੋਟੀ ਵੀ ਨਹੀਂ। ਬਹੁਤ ਸਾਰੇ ਲੋਕ ਇੱਥੇ ਦੇਖਦੇ ਆ ਸਾਲਾਂ ਤੋਂ ਇੱਕੋ ਥਾਂ ਹੀ ਰੇਹੜੀ ਲਾਉਂਦੇ ਆ, ਸਵੇਰੇ ਲਿਆਂਦੇ ਸਮਾਨ ਤੇ ਸ਼ਾਮ ਨੂੰ ਵੇਚ ਕੇ ਘਰ ਜਾਂਦੇ। ਮਕਸਦ ਇਹੋ ਹੀ ਹੁੰਦਾ ਕਿ ਮੇਰੇ ਬੱਚਿਆਂ ਨੂੰ ਕੁਝ ਮਿਲ ਜਾਵੇ। ਇਸ ਕਰਕੇ ਸਾਡੀ ਇਹ ਬੇਨਤੀ ਹੈ ਵੀ ਲੜੋ ਨਾ ਤੇ ਲੋਕਾਂ ਦਾ ਵੀ ਜ਼ਰੂਰ ਕੁਝ ਸੋਚੋ। ਪਟਵਾਰੀ ਸਾਹਿਬ,
ਜਿਹੜੇ ਕੀ ਪੰਜਾਬ ਸਰਕਾਰ ਵੱਲੋਂ ਹੁਣ NSA ਤੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ? ਚਰਚਾਵਾਂ ਕਾਫੀ ਚੱਲ ਰਹੀਆਂ ਇਹਦੇ 'ਚ। ਦੇਖੋ ਪ੍ਰਿੰਸ, ਸਵਾਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਉੱਪਰ ਜਿਵੇਂ ਲੱਗਿਆ NSA, ਉਹਦੇ ਹੋਰ 9 ਸਾਥੀ ਨੇ, ਉਹਨਾਂ ਦੇ ਉੱਪਰ NSA ਲਾ ਕੇ ਉਹਨਾਂ ਨੂੰ ਦਿਬੜੂਗੜ੍ਹ ਦੀ ਜੇਲ੍ਹ 'ਚ ਭੇਜਤਾ। ਹੁਣ ਕੱਲ ਬੜੀਆਂ ਚਰਚਾਵਾਂ ਚੱਲਦੀਆਂ ਸੀਗੀਆਂ ਵੀ ਕੀ ਸਰਕਾਰ NSA ਤੋੜੇ, ਵੀ ਸਰਕਾਰ ਡਰ ਗਈ ਹੈ ਵੀ NSA ਲਾਤਾ ਹੈ ਵੀ ਕਿਤੇ ਉਹ ਨਾ ਹੋਵੇ ਲੋਕ ਪੰਜਾਬ ਦੇ ਭੜਕ ਜਾਣ। ਖਾਸ ਕਰਕੇ ਜਿਮਨੀ ਚੋਣਾਂ ਜਿਹੜੀਆਂ ਜਲੰਧਰ ਦੀਆਂ ਨਾ, ਉਹਨੂੰ ਲੈ ਕੇ ਸਰਕਾਰ ਜਿਹੜੀ ਹੈ ਉਹ ਬਹੁਤ ਚਿੰਤਿਤ ਹੈ। ਹਰ ਪਾਰਟੀ ਦਾ ਜ਼ੋਰ ਲੱਗਿਆ ਵੀ ਇਸ ਨੂੰ ਕਿੱਦਾਂ ਜਿੱਤਣਾ ਹੈ। ਹੁਣ ਕੱਲ ਜਿਹੜੀ ਹੈ ਐਡਵਾਈਜ਼ਰੀ ਬੋਰਡ ਦੀ ਬੈਠਕ ਸੀ, ਉਹਦੇ ਤੇ ਚਰਚਾ ਹੋਣੀ ਸੀ ਵੀ ਕੀ NSA ਲਾਉਣਾ ਠੀਕ ਹੈ ਜਾਂ ਗਲਤ ਹੈ। ਹੁਣ ਕੱਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਪ੍ਰੇਸ਼ਨ ਸੂਦਨ ਤੇ ਜਿਹੜੇ SSP ਦੇ ਹਾਤੀ ਨੇ ਸਤਿੰਦਰ ਸਿੰਘ, ਉਹਨਾਂ ਦੇ ਬਿਆਨ ਹੋਏ ਨੇ। ਇਹਨਾਂ ਨੇ ਐਡਵਾਈਜ਼ਰੀ ਬੋਰਡ ਦੇ ਚੇਅਰਮੈਨ ਨੇ, ਰਿਟਾਇਰਡ ਜੱਜ ਨੇ ਸ਼ਬੀਹੁਲ ਹਸਨੈਨਨ, ਉਹਨਾਂ ਦੇ ਸਾਹਮਣੇ ਆਪਣੇ ਜਿਹੜੇ ਬਿਆਨ ਦਰਜ ਕਰਾਏ ਤੇ ਦੱਸਿਆ ਵੀ ਸਾਡੇ ਕੋਲ ਬੜੇ ਦਸਤਾਵੇਜ਼ ਨੇ, ਦਸਤਾਵੇਜ਼ ਦਿੱਤੇ ਵੀ ਨਹੀਂ ਉੱਤੇ, ਤੇ ਜਿਹੜਾ NSA ਲਾਇਆ ਗਿਆ ਉਹ ਬਿਲਕੁਲ ਠੀਕ ਲਾਇਆ ਗਿਆ। ਦੇਖੋ, ਜਦੋਂ ਸਰਚ ਅਭਿਆਨ ਚੱਲਿਆ ਸੀ ਅੰਮ੍ਰਿਤਪਾਲ ਦੇ ਉੱਥੋਂ ਜੱਲੂਪੁਰ ਖੇੜਾ ਚੋਂ ਬੁਲਟ ਪ੍ਰੂਫ ਜੈਕਟਾਂ ਮਿਲੀਆਂ ਸੀ, ਬੜੇ ਹਥਿਆਰਾਂ ਦੀ ਗੱਲ ਕੀਤੀ ਜਾ ਰਹੀ ਸੀ, ਬੜਾ ਕਿਹਾ ਜਾ ਰਿਹਾ ਸੀ ਵੀ ISI ਦਾ ਸਮਰਥਨ ਹੈ ਇਹਨੂੰ, ਖਾਲਿਸਤਾਨੀ ਜਿਹੜੇ ਅਲਗਾਵਵਾਦੀ ਬਾਹਰ ਬੈਠੇ ਆ ਪਾਕਿਸਤਾਨ ਦੇ ਵਿੱਚ, ਖਾਸ ਕਰ ਬੱਬਰ ਖਾਲਸਾ ਵਾਲੇ, ਉਹਨਾਂ ਦਾ ਜਿਹੜਾ ਸਮਰਥਨ ਹੈ। ਹੁਣ NSA ਤੋੜੀ ਤੇ ਨਹੀਂ ਗਈ, ਚਰਚਾ ਜ਼ਰੂਰ ਸੀ। ਹੁਣ ਦੂਜੇ ਪਾਸੇ ਦਿਬੜੂਗੜ੍ਹ ਦੇ ਵਿੱਚ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਇੰਡੀਅਨ, IB ਹੋ ਗਈ, ਰਾਹ ਹੋ ਗਈ, ਉਹਨਾਂ ਨੇ ਵੀ ਪੁੱਛਗਿੱਛ ਕਰਨੀ ਸ਼ੁਰੂ ਕਰਤੀ ਹੈ ਵੀ ਉਹ ਗਏ ਸੀ ਕੱਲ, ਅਲੱਗ-ਅਲੱਗ ਬੰਦਿਆਂ ਕੋਲ ਪੁੱਛਿਆ। ਪੱਪਲਪ੍ਰੀਤ, ਮਤਲਬ ਖਾਸ ਤੌਰ ਤੇ ਸਰਕਾਰ ਤੇ ਏਜੰਸੀਆਂ ਇਹ ਜਾਣਨਾ ਚਾਹੁੰਦੀਆਂ 36 ਦਿਨ ਅੰਮ੍ਰਿਤਪਾਲ ਸਿੰਘ ਚਕਮਾ ਦਿੰਦਾ ਰਿਹਾ ਪੰਜਾਬ ਪੁਲਿਸ ਨੂੰ, ਤੇ ਸੁਰੱਖਿਆ ਜਿਹੜੀਆਂ ਅਰਧ ਸੈਨਿਕ ਬਲ ਇੱਥੇ ਆਏ ਸੀ ਉਹਨਾਂ ਨੂੰ ਪਤਾ ਨਹੀਂ ਲੱਗਾ ਕਿੱਥੇ ਗਿਆ, ਵੀ ਇਹ ਕਿੱਥੇ ਰਿਹਾ ਉਹਨਾਂ 36 ਦਿਨਾਂ ਦੇ ਵਿੱਚ, ਕਿਹੜੇ ਲੋਕ ਇਹਨੂੰ ਸਪੋਰਟ ਕਰਦੇ ਰਹੇ, ਇਹਨੂੰ ਫੰਡਿੰਗ ਕਿੱਥੋਂ ਹੁੰਦੀ ਹੈ, ਪੈਸਾ ਕਿੱਥੋਂ ਆਉਂਦਾ। ਖਾਸ ਤੌਰ ਤੇ ਜਿਹੜੀ ਮਰਸਡੀਜ਼ ਗੱਡੀ ਸੀਗੀ ਉਹ ਬੜੀ ਚਰਚਾਵਾਂ 'ਚ ਸੀਗੀ, ਕਿਹਾ ਜਾਂਦਾ ਸੀ ਕਿ ਕੋਈ ਡਰੱਗ ਤਸਕਰ ਜਿਹੜਾ ਮਾਰਿਆ ਗਿਆ ਸੀ ਉਹਦੇ ਪਰਿਵਾਰ ਨੇ ਦਿੱਤੀ ਸੀ। ਬਹੁਤ ਸਾਰੇ ਸਵਾਲ ਨੇ ਜਿਹਨੂੰ ਲੈ ਕੇ ਇਹਨਾਂ ਦੇ ਉੱਪਰ ਕਾਰਵਾਈ ਜਿਹੜੀ ਹੈ ਉਹ ਚੱਲ ਰਹੀ ਹੈ। ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਹੈ। NSA ਜਦੋਂ ਲੱਗਦੀ ਹੈ ਉਦੋਂ ਬਹੁਤ ਸਖਤ ਧਾਰਾਵਾਂ ਕਿਹਾ ਜਾਂਦਾ। ਵੈਸੇ ਵੀ ਇੱਥੋਂ 250 ਕਿਲੋਮੀਟਰ ਦੂਰ ਹੈ, ਜਾਣਾ ਨਾ ਸੰਭਵ ਨਹੀਂ। SGPC ਦੇ ਵਕੀਲ ਤਾਂ ਇੱਕ ਵਾਰੀ ਜਾ ਆਏ ਨੇ, ਹੁਣ ਦੁਬਾਰਾ ਜਾਣ ਦੀ ਤਿਆਰੀ ਹੈ। ਇਹ ਤਾਂ ਬਾਕੀ ਜਿਹੜੀ ਫਿਲਹਾਲ NSA ਤੋੜਨ ਦੀ ਕੋਈ ਗੱਲ ਨਹੀਂ, ਇਹ ਸਭ ਚਰਚਾ ਸੀ, ਉਹਨਾਂ ਤੇ ਵਿਰਾਮ ਲੱਗ ਗਿਆ। ਹੁਣ ਭੰਡਾਰੀ ਸਾਹਿਬ, ਜੰਤਰ ਮੰਤਰ ਤੇ ਪਹਿਲਵਾਨਾਂ ਵੱਲੋਂ ਧਰਨਾ ਅੱਜ ਵੀ ਜਾਰੀ ਹੈ। ਦੇਖੋ, ਦੁਖਦ ਗੱਲ ਹੈ ਪ੍ਰਿੰਸ ਕਿ ਦੇਸ਼ ਦੇ ਉਹ ਪਹਿਲਵਾਨ, ਪਹਿਲੇ ਵੀ ਗੱਲ ਕੀਤੀ ਸੀ, ਜਿਨ੍ਹਾਂ ਨੇ ਓਲੰਪਿਕ ਦੇ ਵਿੱਚ ਕੋਈ ਕਹਿੰਦੇ ਵੀ ਮਹੱਲੇ ਦੀ ਟੀਮ ਨਹੀਂ ਸੀ, ਕੋਈ ਜ਼ਿਲ੍ਹੇ ਦੀ ਟੀਮ ਨਹੀਂ ਸੀ, ਸਟੇਟ ਦੀ ਟੀਮ ਨਹੀਂ ਸੀ, ਨੈਸ਼ਨਲ ਦੀ ਟੀਮ ਨਹੀਂ ਸੀ, ਇੰਟਰਨੈਸ਼ਨਲ ਪੂਰੀ ਦੁਨੀਆ ਦੇ ਖਿਡਾਰੀ ਜਿੱਤੇ ਚਾਹੁੰਦੇ ਨੇ, ਉਹਨਾਂ ਨੇ ਜਿੱਤਿਆ। ਤੇ ਆਰੋਪ ਲਗਾ ਰਹੇ ਇੱਕ BJP ਦੇ ਲੀਡਰ ਤੇ ਅੱਜ ਸਵੇਰੇ ਉਹਨਾਂ ਨੇ ਕੱਲ ਤੁਹਾਨੂੰ ਮੈਂ ਜਿਸੀ ਪਹਿਲੇ ਵੀ ਗੱਲ ਕੀਤੀ ਸੀ ਵੀ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ। ਹੁਣ ਜਾਂਚ ਜਿਹੜੀ ਹੈ ਉਹਦੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਅੱਜ ਸਵੇਰੇ ਉਹਨਾਂ ਨੇ ਪਹਿਲਵਾਨਾਂ ਨੇ ਉੱਥੇ ਜਿਹੜੀ ਆ ਵਰਕਆਊਟ ਕੀਤਾ। ਉਹ ਕਹਿੰਦੇ ਵੀ ਸਾਡੀ ਦੇਸ਼ ਦੇ ਪ੍ਰਤੀ ਵੀ ਜਵਾਬਦੇਹੀ ਹੈ, ਪਰ ਆਪਣੀ ਲੜਾਈ ਜਿਹੜੀ ਜਾਰੀ ਰੱਖਾਂਗੇ। ਤੁਹਾਨੂੰ ਦੱਸ ਦਈਏ ਵੀ ਜੰਤਰ ਮੰਤਰ ਤੇ ਧਰਨਾ ਪਿਛਲੇ 4 ਦਿਨਾਂ ਤੋਂ ਜਿਹੜੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਨੇ ਤੇ BJP ਦੇ ਲੀਡਰ ਨੇ ਕਦਾਵਰ ਬ੍ਰਿਜ ਭੂਸ਼ਣ ਸ਼ਰਨ ਸਿੰਘ, ਉਹਦੇ ਖਿਲਾਫ ਜਿਹੜਾ ਉਹ ਧਰਨਾ ਹੈ। ਬਹੁਤ ਸਾਰੇ ਜਿਹੜੇ ਹੈ ਆਰੋਪ ਉਹਨਾਂ ਤੇ ਲੱਗੇ ਨੇ, ਜਿਹੜੇ ਆਰੋਪ ਲੱਗੇ ਨੇ ਬੜੇ ਹੀ ਗੰਭੀਰ ਨੇ। ਹੁਣ ਸ਼ਾਂਤਾ ਕੁਮਾਰ ਜਿਹੜੇ ਨੇ ਲੀਡਰ BJP ਦੇ ਨੇ, ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਗਰਾਹ ਕੀਤਾ ਹੈ ਵੀ ਤੁਸੀਂ ਇਹਦੇ ਤੇ ਚੁੱਪੀ ਤੋੜੋ, ਬੋਲੋ ਕੁਝ। ਵੈਸੇ ਤੇ ਸਾਡੀ ਵੀ ਬੇਨਤੀ ਵੀ ਤੁਸੀਂ ਮਨ ਕੀ ਬਾਤ ਕਰਦੇ ਹੋ ਤੇ ਇਹ ਮਨ ਕੀ ਬਾਤ ਇਹਨਾਂ ਖਿਡਾਰੀਆਂ ਦੀ ਵੀ ਸੁਣੋ, ਕਿਉਂਕਿ ਪ੍ਰਧਾਨ ਮੰਤਰੀ ਇਸ ਮਸਲੇ ਨੂੰ ਹੱਲ ਕਰ ਸਕਦੇ ਨੇ ਜੇ ਕਿ ਵਾਕਈ ਆਰੋਪ ਸੱਚ ਨੇ। ਕਿਉਂਕਿ ਕਮੇਟੀਆਂ ਬਣੀਆਂ, ਕਮੇਟੀਆਂ ਨੇ ਰਿਪੋਰਟ ਤੇ ਦਿੱਤੀ ਹੋਣੀ ਨਾ। ਹੁਣ ਰਿਪੋਰਟ ਦੇ ਉੱਤੇ ਵੀ ਜਿਹੜੀਆਂ ਬਬੀਤਾ ਫਗੌਟ ਹੈ ਉਹਨੇ ਕਿਹਾ ਤਾਂ ਵੀ ਇੱਕ ਤਰਫਾ ਜਾਂਚ ਹੋਈ ਹੈ, ਜਦ ਕਿ ਰਾਧਿਕਾ ਸ਼੍ਰੀਮਨ ਹੈ ਉਹ ਕਹਿੰਦੀ ਵੀ ਨਹੀਂ, ਬਬੀਤਾ ਗੰਭੀਰ ਨਹੀਂ ਸੀ। ਪਰ ਆਰੋਪ ਪ੍ਰਤਿਆਰੋਪ, ਪਰ ਗੱਲ ਇਹ ਹੈ ਕਿ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ। ਬੱਚੇ ਜਿਹੜੇ ਬੈਠੇ ਹੈ, ਜੇ ਉਹ ਬੱਚੀਆਂ ਜਿਵੇਂ ਆਰੋਪ ਲਗਾ ਰਹੀਆਂ ਕਿ 100 ਨਹੀਂ, 200 ਨਹੀਂ, 500 ਨਹੀਂ, ਮਤਲਬ ਅਣਗਿਣਤ ਬੱਚੀਆਂ ਦੇ ਨਾਲ ਯੌਨ ਉਤਪੀੜਨ ਹੋਇਆ, ਤੇ ਇਸ ਤੋਂ ਮੰਦਭਾਗੀ ਗੱਲ ਜਿਹੜੀ ਹੈ ਉਹ ਨਹੀਂ ਹੋ ਸਕਦੀ। ਵੀ ਅਸੀਂ ਫਿਰ ਕਈ ਵਾਰੀ ਇਹ ਸੋਚਣ ਤੇ ਮਜਬੂਰ ਹੋ ਜਾਂਦੇ ਹਾਂ ਵੀ ਕੀ ਅਸੀਂ ਉਸੇ ਆਜ਼ਾਦ ਭਾਰਤ 'ਚ ਰਹਿ ਰਹੇ ਹਾਂ ਜਿਹਦਾ ਸੁਪਨਾ ਸਾਡੇ ਸ਼ਹੀਦਾਂ ਨੇ ਦੇਖਿਆ ਸੀਗਾ। ਲੋਕ ਤਾਂ ਬਾਹਰ ਜਾ ਰਹੇ, ਜਿਹਦੇ ਕੋਲ ਪੈਸੇ ਸੀ। ਕੱਲ ਵੀ ਗੱਲ ਕੀਤੀ ਸੀਗੀ, ਉਹ ਪ੍ਰਿੰਸ
ਕੋਈ ਦੁਬਈ ਦੇ ਵਿੱਚ ਆਪਣਾ ਕੰਮ ਖੋਲ ਲਿਆ, ਕੋਈ ਹੋਰ ਕਿਸੇ ਮੁਲਕ ਦੇ ਵਿੱਚ ਕੰਮ ਖੋਲ ਲਿਆ, ਮਤਲਬ ਉਹ ਇੱਥੇ ਰਹਿਣਾ ਕਿਉਂ ਨਹੀਂ ਚਾਹੁੰਦਾ? ਕਮਾਈ ਤੇ ਇੱਥੋਂ ਕਰਦੇ ਆ। ਬਹੁਤ ਸਾਰੇ ਸੈਲੀਬ੍ਰਿਟੀ ਨੇ ਜਿਨ੍ਹਾਂ ਦਾ ਬਾਹਰ ਕੰਮ ਹੈ, ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਦੇ ਬੱਚੇ ਬਾਹਰ ਸੈਟਲ ਨੇ, ਬਹੁਤ ਸਾਰੇ ਅਧਿਕਾਰੀ ਨੇ ਜਿਨ੍ਹਾਂ ਦੇ ਬੱਚੇ ਬਾਹਰ ਸੈਟਲ ਨੇ। ਇਸ ਕਰਕੇ ਜਿਹੜੇ ਇੱਥੇ ਇੰਡੀਆ 'ਚ ਰਹਿੰਦੇ ਆ ਲੋਕ, ਉਹਨਾਂ ਦੇ ਬਾਰੇ ਵੀ ਕੁਝ ਸੋਚੋ, ਨਹੀਂ ਤੇ ਰੱਬ ਹੀ ਰਾਖਾ। ਅਦਾਲਤਾਂ ਦੇ ਵਿੱਚ ਦੇਖੋ ਨਾ, FIR ਦਰਜ ਕਰਾਣੀ ਪਹਿਲੇ, ਫਿਰ ਇਨਸਾਫ ਲੈਣਾ, ਕਿੰਨੇ ਸਾਲ ਧੱਕੇ ਖਾਣੇ ਪੈਂਦੇ ਆ, ਕੌਣ ਨਹੀਂ ਜਾਣਦਾ ਵੀ ਕੀ ਅਸੀਂ ਸਿਵਲ ਵਾਰ ਵੱਲ ਜਾ ਰਹੇ ਹਾਂ? ਇਹ ਵੀ ਬਹੁਤ ਵੱਡਾ ਸਵਾਲ ਹੈ। ਇਹ ਸਨ ਦੀਪਕ ਭੰਡਾਰੀ, ਜਿਨ੍ਹਾਂ ਦੇ ਨਾਲ ਅਸੀਂ ਅੱਜ ਦੇ ਮੁੱਦਿਆਂ 'ਤੇ ਗੱਲਬਾਤ ਕੀਤੀ। ਇਸੇ ਤਰ੍ਹਾਂ ਦਾ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਤੋਂ ਤੁਹਾਡੇ ਰੂਬਰੂ ਆਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ, ਨਮਸਕਾਰ।